ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਨ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ੍ਹ ਆਪਾਂ ਇਤਿਹਾਸ ਨੂੰ ਵਿਚਾਰਿਆ ਸੀ ਸਿੱਖ ਜਥੇ ਦੇ ਰੂਪ ਦੇ ਵਿੱਚ ਐਮਨਾਬਾਦ ਰੋੜੀ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਦੇ ਲਈ ਜਾ ਰਹੇ ਹੁੰਦੇ ਹਨ। ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਬੱਦੋ ਕੀ ਗੁਰਾਇਆ, ਇਨ੍ਹਾਂ ਪਿੰਡਾਂ ਦੇ ਕੋਲ ਜੋ ਇੱਕ ਜੰਗਲ ਹੈ, ਉਸ ਸਮੇਂ ਦੇ ਵਿੱਚ ਉੱਥੇ ਕੁਝ ਸਮਾਂ ਸਿੱਖ ਆਰਾਮ ਕਰਨ ਦੇ ਲਈ, ਪ੍ਰਸ਼ਾਦਾ ਪਾਣੀ ਤਿਆਰ ਕਰਨ ਦੇ ਲਈ ਰੁਕਦੇ ਹਨ। ਉਸ ਇਲਾਕੇ ਦੇ ਹਾਕਮ ਜਸਪਤ ਰਾਏ ਨੂੰ ਜਦੋਂ ਪਤਾ ਚੱਲਦਾ ਹੈ ਕਿ ਸਿੱਖ ਮੇਰੇ ਇਲਾਕੇ ਦੇ ਵਿੱਚ ਹਨ, ਜਸਪਤ ਰਾਏ ਆਪਣੀ ਹਕੂਮਤ ਦੇ ਨਸ਼ੇ ਦੇ ਵਿੱਚ ਸਿੱਖਾਂ ਨੂੰ ਜਾਣ ਦੇ ਲਈ ਕਹਿੰਦਾ ਹੈ ਕਿ ਤੁਸੀਂ ਮੇਰੇ ਇਲਾਕੇ ਨੂੰ ਛੱਡ ਕੇ ਚਲੇ ਜਾਵੋ, ਇੱਥੇ ਤੁਸੀਂ ਰੁਕ ਨਹੀਂ ਸਕਦੇ। ਇੱਥੇ ਇੱਕ ਛੋਟੀ ਜਿਹੀ ਜੰਗ ਹੁੰਦੀ ਹੈ। ਇਸ ਜੰਗ ਦੇ ਦੌਰਾਨ ਨਿਭਾਹੂ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਜਸਪਤ ਰਾਏ ਦਾ ਸਿਰ ਵੱਢ ਲੈਂਦਾ ਹੈ ਹਾਥੀ ਦੇ ਉੱਪਰ ਚੜ੍ਹ ਕੇ। ਬਾਅਦ ਦੇ ਵਿੱਚ ਗੁਸਾਈ ਕਿਰਪਾ ਰਾਮ ਜਸਪਤ ਰਾਏ ਦਾ ਸਿਰ ਸਿੱਖਾਂ ਦੇ ਕੋਲੋਂ 500 ਰੁਪਈਏ ਦੇ ਵਿੱਚ ਖਰੀਦਦਾ ਹੈ। ਜਸਪਤ ਰਾਏ ਦੇ ਭਰਾ ਲਖਪਤ ਰਾਏ ਨੂੰ, ਜੋ ਜਹੀਆ ਖਾਨ ਦਾ ਵਜ਼ੀਰ ਹੈ, ਜਦੋਂ ਉਸ ਨੂੰ ਪਤਾ ਚੱਲਦਾ ਹੈ ਕਿ ਸਿੱਖਾਂ ਨੇ ਮੇਰੇ ਭਰਾ ਨੂੰ ਕਤਲ ਕਰ ਦਿੱਤਾ ਹੈ, ਮਾਰ ਦਿੱਤਾ ਹੈ, ਉਹ ਜਹੀਆ ਖਾਨ ਦੇ ਪੈਰਾਂ ਦੇ ਵਿੱਚ ਆਪਣੀ ਪੱਗ ਰੱਖ ਦਿੰਦਾ ਹੈ ਅਤੇ ਇੱਕ ਗੱਲ ਕਹਿੰਦਾ ਹੈ, ਉਦੋਂ ਤੱਕ ਮੈਂ ਆਪਣੇ ਸਿਰ 'ਤੇ ਪੱਗ ਨਹੀਂ ਬੰਨਾਂਗਾ ਜਦੋਂ ਤੱਕ ਸਿੱਖਾਂ ਨੂੰ ਖਤਮ ਨਹੀਂ ਕਰ ਦਿੰਦਾ। ਇੱਥੋਂ ਤੱਕ ਆਪਾਂ ਵਿਚਾਰ ਕੀਤੀ ਸੀ। ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਹੀਆ ਖਾਨ ਜਦੋਂ ਲਖਪਤ ਰਾਏ ਵਜ਼ੀਰ ਦੇ ਕੋਲੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣਦਾ ਹੈ ਕਿ ਇਸ ਨੇ ਮਨ ਦੇ ਵਿੱਚ ਪੱਕਾ ਇਰਾਦਾ ਕਰ ਲਿਆ ਸਿੱਖਾਂ ਨੂੰ ਖਤਮ ਕਰਨ ਦਾ, ਯਹੀਆ ਖਾਨ ਆਪਣੇ ਕੋਲੋਂ ਕੇਵਲ ਲਖਪਤ ਰਾਏ ਨੂੰ ਹੱਲਾ ਸ਼ੇਰੀ ਹੀ ਨਹੀਂ ਦਿੰਦਾ, ਸਗੋਂ ਹੋਰ ਵੀ ਹਰ ਪੱਖ ਤੋਂ ਮਦਦ ਕਰਨ ਦਾ ਵਾਅਦਾ ਕਰਦਾ ਹੈ। ਆਪਣੇ ਕੋਲੋਂ ਬਹੁਤ ਵੱਡੀ ਫੌਜ ਲਖਪਤ ਰਾਏ ਦੇ ਅਧੀਨ ਕਰਦਾ ਹੈ ਅਤੇ ਹੋਰ ਵੀ ਕਿਸੇ ਵੀ ਪ੍ਰਕਾਰ ਦੀ ਮਦਦ ਚਾਹੀਦੀ ਹੈ। ਲਖਪਤ ਰਾਏ ਨੂੰ ਕਹਿਆ ਜਾਂਦਾ ਹੈ, ਤੁਸੀਂ ਦੱਸ ਦਿਓ, ਤੁਹਾਡੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਣੀ ਹੈ। ਜਹੀਆ ਖਾਨ ਵੀ ਚਾਹੁੰਦਾ
ਸਿੱਖ ਖਤਮ ਹੋਣੇ ਚਾਹੀਦੇ ਹਨ। ਉਸ ਸਮੇਂ ਦੇ ਵਿੱਚ ਲਖਪਤ ਰਾਏ ਅਤੇ ਜਹੀਆ ਖਾਨ ਦੇ ਵੱਲੋਂ ਜੋ ਆਮ ਘਰਾਂ ਦੇ ਵਿੱਚ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਦਾ ਸਿੱਖੀ ਦੇ ਨਾਲ ਥੋੜ੍ਹਾ ਬਹੁਤਾ ਵੀ ਸੰਬੰਧ ਹੈ, ਭਾਵੇਂ ਉਹ ਸਿੱਖ ਹਨ ਅਤੇ ਜਾਂ ਕੋਈ ਆਮ ਪਰਿਵਾਰ ਹੈ, ਇਹਨਾਂ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਤਕਰੀਬਨ 1000 ਬੰਦਾ ਕੈਦੀ ਬਣਾ ਕੇ ਨਿਖਾਸ ਚੌਂਕ ਦੇ ਵਿੱਚ ਲੈ ਕੇ ਆਂਦਾ ਖਤਮ ਕਰਨ ਦੇ ਲਈ। ਇਹਨਾਂ ਨੇ ਵੱਖ-ਵੱਖ ਨਗਰਾਂ ਦੇ ਵਿੱਚੋਂ ਇਸ ਤਰ੍ਹਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਸਿੱਖ ਸਨ ਜਾਂ ਸਿੱਖਾਂ ਦੇ ਨਾਲ ਥੋੜ੍ਹਾ ਬਹੁਤਾ ਜਿਨ੍ਹਾਂ ਦਾ ਸੰਬੰਧ ਸੀ। ਲਖਪਤ ਰਾਏ ਦਾ ਉਸਤਾਦ, ਜਿਸ ਦਾ ਨਾਮ ਗੁਸਾਈ ਜਗਤ ਭਗਤ ਲਿਖਿਆ ਇਤਿਹਾਸ ਦੇ ਵਿੱਚ ਉਹ, ਅਤੇ ਇੱਕ ਨਾਮ ਹੈ ਦੀਵਾਨ ਕੌੜਾ ਮੱਲ, ਅਤੇ ਹੋਰ ਕੁਝ ਸਿਆਣੇ ਹਿੰਦੂ ਵੀਰ ਲਖਪਤ ਰਾਏ ਦੇ ਕੋਲ ਜਾਂਦੇ ਹਨ, ਕਿਉਂਕਿ ਜਿਹੜੇ ਸਿੱਖ ਜਾਂ ਜਿਹੜੇ ਬੰਦੇ ਗ੍ਰਿਫਤਾਰ ਕਰਕੇ ਲੈ ਕੇ ਆਉਂਦੇ ਹਨ, ਉਹਨਾਂ ਨੂੰ 10 ਮਾਰਚ 1746 ਈਸਵੀ ਨੂੰ ਸ਼ਹੀਦ ਕਰਨਾ ਹੈ, ਖਤਮ ਕਰਨਾ। 10 ਮਾਰਚ 1746 ਈਸਵੀ ਦਿਨ ਸੋਮਵਾਰ ਇਹ ਤਾਰੀਖ ਨਿਸ਼ਚਿਤ ਕੀਤੀ ਗਈ ਹੈ, ਤੇ ਉਸੇ ਦਿਨ ਹੀ ਮੱਸਿਆ ਹੈ। ਸਨਾਤਨ ਮਤ ਦੇ ਵਿੱਚ ਮੱਸਿਆ ਦੇ ਦਿਨ ਨੂੰ ਚੰਗਾ ਮੰਨਿਆ ਜਾਂਦਾ, ਸਮਾਪਤੀ ਕਿਹਾ ਜਾਂਦਾ। ਸੋਮਵਾਰ ਦੀ ਮੱਸਿਆ ਹੈ, ਇੱਕ ਚੰਗਾ ਦਿਨ ਮੰਨਿਆ ਜਾਂਦਾ ਹੈ। ਲਖਪਤ ਰਾਏ ਦਾ ਉਸਤਾਦ ਗੁਸਾਈ ਜਗਤ ਭਗਤ ਇੱਕ ਹੀ ਬੰਦਾ, ਜਗਤ ਭਗਤ ਉਹਦਾ ਨਾਮ ਹੈ, ਗੁਸਾਈ ਉਹਦੇ ਨਾਮ ਦੇ ਅੱਗੇ ਤਖੱਲਸ ਲੱਗਦਾ, ਅਤੇ ਦੀਵਾਨ ਕੌੜਾ ਮੱਲ ਅਤੇ ਹੋਰ ਪਤਵੰਤੇ ਸਿਆਣੇ ਜੋ ਹਿੰਦੂ ਵੀਰ ਹਨ, ਇਹ ਜਾ ਕੇ ਲਖਪਤ ਰਾਏ ਨੂੰ ਕਹਿੰਦੇ ਹਨ ਕਿ ਤੂੰ ਇਸ ਦਿਨ ਇਹਨਾਂ ਦਾ ਕਤਲ ਨਾ ਕਰ, ਇਸ ਦਿਨ ਇਹਨਾਂ ਨੂੰ ਸ਼ਹੀਦ ਨਾ ਕਰ। ਸੋਮਵਾਰ ਮੱਸਿਆ ਵਾਲੇ ਦਿਨ ਇਹਨਾਂ ਦੇ ਖੂਨ ਦੇ ਨਾਲ ਆਪਣੇ ਹੱਥ ਨਾ ਰੰਗ। ਹੁਣ ਇਹ ਵੀ ਸਾਰੇ ਹਿੰਦੂ ਵੀਰ ਹਨ, ਤੇ ਜਿਹੜਾ ਲਖਪਤ ਰਾਏ ਆ ਉਹ ਵੀ ਹਿੰਦੂ ਹੈ, ਸਨਾਤਨ ਮਤ ਨੂੰ ਮੰਨਣ ਵਾਲਾ। ਇਹਦਾ ਉਸਤਾਦ ਵੀ ਇਸ ਨੂੰ ਸਮਝਾਉਂਦਾ ਵੀ ਨਾ ਕਤਲ ਕਰ, ਦੀਵਾਨ ਕੌੜਾ ਮੱਲ ਵੀ ਸਮਝਾਉਂਦਾ, ਪਰ ਇਹ ਹਕੂਮਤ ਦੇ ਨਸ਼ੇ ਦੇ ਵਿੱਚ ਇੱਕ ਹੰਕਾਰ ਭਰੇ ਲਹਿਜੇ ਦੇ ਵਿੱਚ ਇਹਨਾਂ ਨੂੰ ਜਵਾਬ ਦਿੰਦਾ ਕਿ ਜੇਕਰ ਤੁਹਾਡੀ ਜਗ੍ਹਾ ਖੁਦਾ ਵੀ ਆ ਕੇ ਮੈਨੂੰ ਕਹਿ ਦਵੇ ਵੀ ਇਸ ਦਿਨ ਤੂੰ ਇਹਨਾਂ ਦਾ ਕਤਲ ਨਾ ਕਰ, ਤਾਂ ਵੀ ਮੈਂ ਰੁਕ ਨਹੀਂ ਲੱਗਣ ਲੱਗਿਆ, ਤਾਂ ਵੀ ਮੈਂ ਰੁਕਣਾ ਨਹੀਂ ਹੈ, ਮੈਂ ਇਹਨਾਂ ਦਾ ਕਤਲ ਕਰਨਾ ਹੀ ਕਰਨਾ ਹੈ, ਭਾਵੇਂ ਉਸ ਦਿਨ ਮੱਸਿਆ ਦਾ ਦਿਨ ਕਿਉਂ ਨਾ ਹੋਵੇ। ਜੇ ਖੁਦਾ ਵੀ ਆ ਕੇ ਕਹੇਗਾ ਮੈਂ ਉਸ ਦੀ ਵੀ ਗੱਲ ਨਹੀਂ ਮੰਨਾਂਗਾ। ਕਿਸੇ ਵਿਦਵਾਨ ਨੇ ਬਹੁਤ ਵਧੀਆ ਲਿਖਿਆ ਹੈ, खुदा तो एक तरफ खुद से भी दूर होता है बसर, जब ताकत के नशे में चूर होता है। ਜਦੋਂ ਕੋਈ ਮਨੁੱਖ ਆਪਣੀ ਤਾਕਤ ਦਾ ਹੰਕਾਰ ਕਰਦਾ ਹੈ, ਖੁਦਾ ਤਾਂ ਉਸ ਨੂੰ ਕਿੱਥੇ ਯਾਦ ਰਹਿੰਦਾ, ਉਹ ਤਾਂ ਆਪਣੇ ਆਪ ਤੋਂ ਵੀ ਬਹੁਤ ਦੂਰ ਹੁੰਦਾ ਹੈਗਾ। ਇਸ ਨੇ ਉਹਨਾਂ ਦੇ ਕਹਿਣ ਤੇ ਉਹਨਾਂ ਦੀ ਕੋਈ ਗੱਲ ਨਹੀਂ ਮੰਨੀ, ਤੇ 10 ਮਾਰਚ 1746 ਈਸਵੀ ਨੂੰ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚੋਂ, ਇਲਾਕਿਆਂ ਦੇ ਵਿੱਚੋਂ ਸਿੱਖ ਗ੍ਰਿਫਤਾਰ ਕਰਕੇ ਲੈ ਕੇ ਆਉਂਦੇ ਹਨ, ਜਾਂ ਕੋਈ ਸਿੱਖਾਂ ਦੇ ਨਾਲ ਸੰਬੰਧ ਰੱਖਣ ਵਾਲਾ ਵਿਅਕਤੀ ਗ੍ਰਿਫਤਾਰ ਕਰਕੇ ਲੈ ਕੇ ਆਉਂਦਾ, ਉਹਨਾਂ ਸਾਰਿਆਂ ਨੂੰ ਨਿਖਾਸ ਚੌਂਕ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ, 1000 ਬੰਦੇ ਨੂੰ। ਇਸ ਤਰ੍ਹਾਂ ਇਹਨਾਂ ਨੇ ਆਪਣੇ ਵੱਲੋਂ ਜ਼ੁਲਮ ਢਾਉਣੇ ਸ਼ੁਰੂ ਕਰ ਦਿੱਤੇ ਆ ਜਸਪਤ ਰਾਏ ਦੀ ਮੌਤ ਤੋਂ ਬਾਅਦ।
ਇਹ ਲਖਪਤ ਰਾਏ ਹਰ ਸਮੇਂ ਇਸ ਤਾਕ ਦੇ ਵਿੱਚ ਰਹਿੰਦਾ ਵੀ ਕਦੋਂ ਮੈਨੂੰ ਪਤਾ ਚੱਲੇ ਵੀ ਫਲਾਨੀ ਜਗ੍ਹਾ 'ਤੇ ਸਿੱਖ ਹੈ ਅਤੇ ਮੈਂ ਜਾ ਕੇ ਉਸ ਨੂੰ ਗ੍ਰਿਫਤਾਰ ਕਰਾਂ ਅਤੇ ਉਹਨੂੰ ਸ਼ਹੀਦ ਕਰਾਂ। ਹਰ ਸਮੇਂ ਇਸ ਤਾਕ ਦੇ ਵਿੱਚ ਰਹਿੰਦਾ ਵੀ ਮੈਨੂੰ ਕਿਤੇ ਵੀ ਦੱਸ ਪੈ ਜਾਵੇ ਇੱਕ ਵਾਰੀ ਵੀ ਫਲਾਨੀ ਜਗ੍ਹਾ 'ਤੇ ਸਿੱਖ ਨੇ, ਮੈਂ ਤੁਰੰਤ ਹੀ ਉੱਥੇ ਪਹੁੰਚ ਜਾਵਾਂਗਾ। ਇਹਨੇ ਟਾਰਗੇਟ ਮਕਸਦ ਹੀ ਬਣਾ ਲਿਆ ਕਿ ਮੈਂ ਸਿੱਖਾਂ ਨੂੰ ਖਤਮ ਕਰਨਾ। ਆਖਰ ਇਹਨਾਂ ਦਿਨਾਂ ਦੇ ਵਿੱਚ ਹੀ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਬਰ ਮਿਲਦੀ ਹੈ, ਸਿੱਖਾਂ ਦਾ ਬਹੁਤ ਵੱਡਾ ਜਥਾ ਕਾਹਨੂੰਵਾਨ ਦੇ ਛੰਭ ਦੇ ਵਿੱਚ ਰਹਿ ਰਿਹਾ। ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਕਾਹਨੂੰਵਾਨ ਹੈ ਅਤੇ ਉੱਥੇ ਇੱਕ ਬਹੁਤ ਹੀ ਡਰਾਵਨਾ ਜੰਗਲ ਹੈ, ਉਸ ਨੂੰ ਛੰਭ ਕਿਹਾ ਜਾਂਦਾ। ਕਾਹਨੂੰਵਾਨ ਦਾ ਛੰਭ, ਅਤੇ ਇੱਥੋਂ ਕਲਾਨੌਰ ਵੀ ਨੇੜੇ ਹੀ ਹੈ, ਗੁਰਦਾਸਪੁਰ ਤੋਂ ਕਲਾਨੌਰ ਨੇੜੇ ਹੈ। ਉੱਥੋਂ ਦੇ ਇਹ ਰਹਿਣ ਵਾਲੇ ਹੈ ਲਖਪਤ ਰਾਏ ਅਤੇ ਜਸਪਤ ਰਾਏ। ਜਦੋਂ ਇਸ ਨੂੰ ਪਤਾ ਚੱਲਿਆ ਵੀ ਕਾਹਨੂੰਵਾਨ ਦੇ ਛੰਭ ਦੇ ਵਿੱਚ ਸਿੱਖ ਰਹਿ ਰਹੇ ਹੈ, ਛੁਪੇ ਹੋਏ ਹੈ, ਇਹ ਆਪਣੀ ਬਹੁਤ ਵੱਡੀ ਜ਼ਿਆਦਾ ਫੌਜ ਲੈ ਕੇ ਉਸ ਜਗ੍ਹਾ 'ਤੇ ਪਹੁੰਚ ਗਿਆ ਜੰਗਲ ਦੇ ਕੋਲ। ਅਤੇ ਉਸ ਜੰਗਲ ਦੇ ਵਿੱਚ ਤਕਰੀਬਨ ਉਸ ਸਮੇਂ ਬਹੁਤ ਜ਼ਿਆਦਾ ਸਿੱਖ ਹਨ, ਤਕਰੀਬਨ 10,000 ਤੋਂ ਕਿਤੇ ਜ਼ਿਆਦਾ ਸਿੱਖ ਹਨ। ਹੁਣ ਜੰਗਲ ਹੈ ਜਿਹੜਾ ਉਹ ਬਹੁਤ ਡਰਾਵਨ ਹੈ, ਸੰਘਣ ਹੈ, ਉਹਦੇ ਵਿੱਚ ਜੰਗ ਕਰਨੀ ਲਖਪਤ ਰਾਏ ਦੇ ਵੱਸ ਦੀ ਗੱਲ ਨਹੀਂ। ਉਸ ਜੰਗਲ ਦਾ ਕੋਈ ਭੇਤ ਨਹੀਂ ਹੈ। ਇਹਨੇ ਆਪਣੇ ਵੱਲੋਂ ਹਮਲਾ ਜ਼ਰੂਰ ਕੀਤਾ। ਉਸ ਹਮਲੇ ਦੇ ਵਿੱਚ ਜਹੀਆ ਖਾਨ ਦਾ ਪੁੱਤਰ ਨਾਹਰ ਖਾਨ ਅਤੇ ਇਸ ਲਖਪਤ ਰਾਏ ਦਾ ਜੋ ਪੁੱਤਰ ਹੈ ਉਸ ਦਾ ਨਾਮ ਹਰਭਜ ਹੈ, ਇਹ ਦੋਵੇਂ ਜਾਣੇ ਮਾਰੇ ਗਏ ਉਸ ਜੰਗ ਦੇ ਵਿੱਚ। ਹੁਣ ਜਦੋਂ ਦੋਵੇਂ ਮਾਰੇ ਗਏ, ਜਹੀਆ ਖਾਨ ਦਾ ਪੁੱਤਰ ਮਾਰਿਆ ਗਿਆ ਸਿੱਖਾਂ ਦੇ ਹੱਥੋਂ, ਇਹਦਾ ਲਖਪਤ ਰਾਏ ਦਾ ਪੁੱਤਰ ਵੀ ਮਾਰਿਆ ਗਿਆ ਹਰਭਜ। ਹੁਣ ਇਸ ਨੂੰ ਬਹੁਤ ਹੀ ਜ਼ਿਆਦਾ ਕ੍ਰੋਧ ਆਇਆ ਕਿਉਂਕਿ ਇਹਦਾ ਖੁਦ ਦਾ ਪੁੱਤਰ ਮਾਰ ਦਿੱਤਾ ਸਿੱਖਾਂ ਨੇ ਜੰਗਲ ਦੇ ਵਿੱਚ ਜਦੋਂ ਹਮਲਾ ਕੀਤਾ। ਅਤੇ ਜਹੀਆ ਖਾਨ ਜੋ ਲਾਹੌਰ ਦਾ ਸੂਬੇਦਾਰ ਹੈ ਅਤੇ ਲਖਪਤ ਰਾਏ ਜਿਸ ਦਾ ਵਜ਼ੀਰ ਹੈ, ਉਹਦਾ ਪੁੱਤਰ ਵੀ ਮਾਰਿਆ ਗਿਆ। ਇਹਨੂੰ ਬਹੁਤ ਜ਼ਿਆਦਾ ਕ੍ਰੋਧ ਆਇਆ, ਗੁੱਸਾ ਆਇਆ। ਇਸ ਨੇ ਸੋਚਿਆ ਵੀ ਜੇ ਮੈਂ ਇਸੇ ਤਰ੍ਹਾਂ ਹਮਲਾ ਕਰਦਾ ਰਿਹਾ ਸਾਡਾ ਜ਼ਿਆਦਾ ਨੁਕਸਾਨ ਹੋਣਾ, ਸਾਨੂੰ ਜੰਗਲ ਦਾ ਭੇਤ ਨਹੀਂ, ਜੰਗਲ ਬਹੁਤ ਜ਼ਿਆਦਾ ਸੰਘਣ ਹੈ। ਇਹਨੇ ਜੰਗਲ ਦੇ ਵਿੱਚ ਜਾ ਕੇ ਹਮਲਾ ਕਰਨ ਦੀ ਬਜਾਏ ਉਸ ਸਮੇਂ 3000 ਜੋ ਮਿਸਤਰੀ ਹਨ, ਲੱਕੜ ਦਾ ਕੰਮ ਕਰਦੇ ਹਨ, ਤਰਖਾਣ ਹਨ, ਉਹਨਾਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੂੰ ਕਿਹਾ ਗਿਆ ਜੰਗਲ ਕੱਟਣਾ ਸ਼ੁਰੂ ਕਰ ਦਿਓ। ਹੁਣ ਵਖਲਾਏ ਹੋਏ ਨੇ ਕੀ ਕੀਤਾ, 3000 ਤਰਖਾਣ ਮਿਸਤਰੀ ਬੁਲਾਇਆ ਵੀ ਤੁਸੀਂ ਜੰਗਲ ਕੱਟਣਾ ਸ਼ੁਰੂ ਕਰ ਦਿਓ। ਹੁਣ 3000 ਬੰਦਾ ਇੰਨੇ ਵੱਡੇ ਜੰਗਲ ਨੂੰ ਕਿਵੇਂ ਕੱਟੇਗਾ ਥੋੜ੍ਹੇ ਸਮੇਂ ਦੇ ਵਿੱਚ। ਕੁਝ ਕੁ ਦਿਨ ਜੰਗਲ ਕੱਟਿਆ ਗਿਆ, ਆਖਰ ਇਹ ਤੋਂ ਸਬਰ ਨਹੀਂ ਹੋ ਸਕਿਆ, ਇਹਨੇ ਉਹ ਬੰਦ ਕਰਵਾ ਦਿੱਤਾ ਵੀ ਨਾ ਕੱਟੋ, ਬਹੁਤ ਲੰਬੇਰਾ ਸਮਾਂ ਲੱਗ ਜਾਣਾ। ਹੁਣ ਇਹ ਘਟਨਾ ਜਿਹੜੀ ਇਹ ਮਾਰਚ ਮਹੀਨੇ ਦੇ ਵਿੱਚ ਸ਼ੁਰੂ ਹੋ ਗਈ ਹੈ, ਮਾਰਚ ਮਹੀਨੇ ਦੇ ਵਿੱਚ ਇਹ ਪਹੁੰਚ ਗਿਆ ਉੱਥੇ ਜੰਗਲ ਦੇ ਨੇੜੇ। ਅਤੇ ਇਹਨੇ ਕੁਝ ਦਿਨ ਪਹਿਲਾਂ ਜੰਗਲ ਕਟਵਾਇਆ, ਫਿਰ ਇਸ ਨੇ ਆਪਣੇ ਆਪ ਹੀ ਬੰਦ ਕਰਵਾ ਦਿੱਤਾ ਵੀ ਨਹੀਂ ਇਸ ਤਰ੍ਹਾਂ ਤਾਂ ਬਹੁਤ ਲੰਬੇਰਾ ਸਮਾਂ ਲੱਗ ਜਾਣਾ। ਆਖਰ ਇਸ ਨੇ ਆਪਣੇ ਵੱਲੋਂ ਹੋਰ ਤਰੀਕਾ ਅਪਣਾਇਆ। ਪਹਿਲਾਂ ਮੈਂ ਇਸ ਗੱਲ ਦਾ ਜ਼ਿਕਰ ਕਰ ਜਾਵਾਂ, ਸਾਨੂੰ ਪਤਾ ਹੋਣਾ ਚਾਹੀਦਾ ਵੀ ਉਹ ਜੰਗਲ ਦਾ ਜੋ ਚਾਰ ਚੁਫੇਰਾ ਹੈ ਉਹ ਕਿਸ ਤਰ੍ਹਾਂ ਦਾ ਹੈ। ਜੰਗਲ ਦੇ ਇੱਕ ਪਾਸੇ ਪਹਾੜੀ ਲੱਗਦੀ ਹੈ, ਬਹੁਤ ਉੱਚੀ ਪਹਾੜੀ ਹੈ, ਉਸ ਪਾਸੇ ਪਹਾੜੀ ਫੌਜਾਂ ਨੇ ਜਿਨ੍ਹਾਂ ਨੇ ਉੱਪਰ ਆਪਣੀਆਂ ਤੋਪਾਂ ਵੀ ਬੀੜੀਆਂ, ਉਹਨਾਂ ਦੇ ਕੋਲ ਬੰਦੂਕਾਂ ਵੀ ਹਨ, ਪੱਥਰ ਵੀ ਉਹਨਾਂ ਨੇ ਇਕੱਠੇ ਕਰਕੇ ਰੱਖੇ ਹੋਏ ਆ ਵੀ ਜੇ ਸਿੱਖ ਪਹਾੜੀ ਚੜ੍ਹਨਗੇ ਤਾਂ ਅਸੀਂ ਉਹਨਾਂ ਨੂੰ ਇੱਥੋਂ ਰੋਕਾਂਗੇ। ਇੱਕ ਪਾਸੇ ਰਾਵੀ ਦਰਿਆ ਵਹਿੰਦਾ,
ਇੱਕ ਪਾਸੇ ਇਹ ਖੁਦ ਲਖਪਤ ਰਾਏ ਆਪਣੀ ਫੌਜ ਲੈ ਕੇ ਖੜਾ ਹੈ ਤੇ ਇੱਕ ਪਾਸੇ ਲਖਪਤ ਰਾਏ ਨੇ ਜੰਗਲ ਨੂੰ ਅੱਗ ਲਵਾ ਦਿੱਤੀ। ਚਾਰੇ ਪਾਸੇ ਤੋਂ ਸਿੱਖਾਂ ਨੂੰ ਘੇਰਿਆ ਗਿਆ ਵੀ ਉਹ ਕਿਸੇ ਪਾਸੇ ਵੀ ਦੌੜ ਨਾ ਸਕਣ, ਜਾ ਨਾ ਸਕਣ। ਹੁਣ ਮਈ ਮਹੀਨੇ ਦੇ ਵਿੱਚ ਇਹ ਘਟਨਾ ਵਾਪਰਦੀ ਹੈ। ਮਾਰਚ ਮਹੀਨੇ ਤੋਂ ਸ਼ੁਰੂ ਹੋਇਆ ਇਹ ਸਾਰਾ ਘਟਨਾਕ੍ਰਮ ਤੇ ਮਈ ਮਹੀਨਾ ਆ ਗਿਆ। ਮਈ ਮਹੀਨੇ ਵਿੱਚ ਜੰਗਲ ਨੂੰ ਅੱਗ ਲਵਾਈ ਹੈ ਇੱਕ ਪਾਸੇ ਤੋਂ। ਤੇ ਹੁਣ ਮਈ ਦਾ ਮਹੀਨਾ ਚੱਲਦਾ, ਆਪਾਂ ਨੂੰ ਪਤਾ ਹੈ ਗਰਮੀ ਕਿੰਨੀ ਕੁ ਜ਼ਿਆਦਾ ਹੈ। ਹੁਣ ਇੰਨੀ ਗਰਮੀ ਦੇ ਵਿੱਚ ਜੰਗਲ ਨੂੰ ਅੱਗ ਲੱਗੀ ਹੈ ਤੇ ਉਹਦੇ ਵਿੱਚ ਰਹਿਣਾ ਸਿੱਖਾਂ ਦੇ ਲਈ ਕਿੰਨਾ ਜ਼ਿਆਦਾ ਮੁਸ਼ਕਲ ਹੋ ਸਕਦਾ ਅਸੀਂ ਮਹਿਸੂਸ ਕਰ ਸਕਦੇ ਹਾਂ। ਤੇ ਸਿੱਖਾਂ ਦੇ ਕੋਲ ਕੋਈ ਬਹੁਤਾ ਵਧੀਆ ਪ੍ਰਬੰਧ ਵੀ ਨਹੀਂ ਹੈ। ਇੱਕ ਤਾਂ ਉਹ ਮੁਸਾਫਰ ਨੇ, ਇੱਕ ਜਗ੍ਹਾ ਤੇ ਟਿਕਾਣਾ ਕੋਈ ਨਹੀਂ ਕਰਦੇ। ਇੱਕ ਉਹਨਾਂ ਦੇ ਕੋਲੇ ਕੋਈ ਬਹੁਤਾ ਵਧੀਆ ਭੋਜਨ ਵੀ ਨਹੀਂ ਛਕਣ ਨੂੰ, ਭੁੱਖ ਦੇ ਸਤਾਏ ਹੋਏ ਨੇ। ਤੇ ਜੋ ਉਹਨਾਂ ਦੇ ਕੋਲ ਉਸ ਸਮੇਂ ਸਵਾਰੀ ਕਰਨ ਦੇ ਲਈ ਘੋੜੇ ਆ, ਉਹਨਾਂ ਦੇ ਲਈ ਵੀ ਕੋਈ ਬਹੁਤਾ ਵਧੀਆ ਪ੍ਰਬੰਧ ਨਹੀਂ, ਖਾਣ ਪੀਣ ਦੇ ਲਈ ਉਹਨਾਂ ਦਾ ਵੀ ਕੋਈ ਭੋਜਨ ਨਹੀਂ ਹੈ। ਕਿਸੇ ਵਿਦਵਾਨ ਨੇ ਲਿਖਿਆ, ਕਹਿੰਦੇ ਅੱਧੀ ਮੌਤ ਮੁਸਾਫਰੀ। ਜਦੋਂ ਬੰਦਾ ਮੁਸਾਫਰ ਬਣ ਜਾਂਦਾ ਨਾ, ਕਿਸੇ ਸਫ਼ਰ ਦੇ ਵਿੱਚ ਜਾਂਦਾ ਤੇ ਅੱਧੀ ਮੌਤ ਪੈ ਜਾਂਦੀ ਆ ਬੰਦੇ ਨੂੰ। ਕਿਉਂ? ਸੁੱਖ ਆਰਾਮ ਤਿਆਗਣੇ ਪੈਂਦੇ ਆ। ਘਰ ਦੇ ਸਾਰੇ ਸੁੱਖ ਆਰਾਮ ਤਿਆਗ ਕੇ ਬੰਦੇ ਨੂੰ ਸਫ਼ਰ ਦੇ ਵਿੱਚ ਜਾਣਾ ਪੈਂਦਾ। ਅੱਧੀ ਮੌਤ ਦੇ ਬਰਾਬਰ ਹੁੰਦਾ ਸਫ਼ਰ ਕਰਨਾ। ਸਾਰਾ ਕੁਝ ਛੱਡ ਕੇ ਜਾਣਾ ਪੈਂਦਾ, ਸੁੱਖ ਆਰਾਮ। ਤੇ ਸਫ਼ਰ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਤੇ ਸਫ਼ਰ ਦੇ ਵਿੱਚ ਅਸੀਂ ਔਖੇ ਵੀ ਹੁੰਦੇ ਹਾਂ, ਕਈ ਮੁਸ਼ਕਲਾਂ ਵੀ ਆਉਂਦੀਆਂ ਨੇ। ਅੱਧੀ ਮੌਤ ਮੁਸਾਫਰੀ, ਪੂਰੀ ਮੌਤ ਸੋ ਭੁੱਖ। ਅਤੇ ਇੱਕ ਕੁਝ ਖਾਣ ਨੂੰ ਨਾ ਮਿਲੇ ਸਫ਼ਰ ਦੇ ਵਿੱਚ, ਭੁੱਖ ਦਾ ਸਤਾਇਆ ਹੋਵੇ ਬੰਦਾ ਤੇ ਕਿੰਨਾ ਜ਼ਿਆਦਾ ਔਖਾ ਹੋਵੇਗਾ। ਊਹਾਂ ਆਣ ਦੂਹੋਂ ਮਿਲੇ, ਜਹ ਭਇਓ ਖਾਲਸੇ ਤਿਤ। ਗੁਰੂ ਸਾਹਿਬ ਇਹ ਵਿਦਵਾਨ ਕਹਿੰਦਾ ਜਿੱਥੇ ਖਾਲਸਾ ਉੱਥੇ ਇਹ ਦੋਵੇਂ ਚੀਜ਼ਾਂ ਆ ਗਈਆਂ ਨੇ। ਊਹਾਂ ਆਣ ਦੂਹੋਂ ਮਿਲੇ, ਜੇ ਭਇਓ ਖਾਲਸੇ ਦੁੱਖ। ਖਾਲਸੇ ਦੇ ਲਈ ਇਹ ਦੋਵੇਂ ਮੁਸੀਬਤਾਂ ਇਕੱਠੀਆਂ ਹੀ ਆ ਗਈਆਂ। ਉਹ ਕਈ ਦਿਨਾਂ ਤੋਂ ਭੁੱਖੇ ਵੀ ਨੇ ਤੇ ਮੁਸਾਫਰੀ ਦੇ ਵਿੱਚ ਵੀ ਹਨ ਤੇ ਉੱਪਰੋਂ ਲਖਪਤ ਰਾਏ ਨੇ ਹਮਲਾ ਕੀਤਾ। ਹੁਣ ਜੇ ਸਿੱਖ ਪਹਾੜੀ ਵੱਲ ਚੜ੍ਹਨ ਦੀ ਕੋਸ਼ਿਸ਼ ਕਰਦੇ ਆ, ਉੱਧਰ ਫਾਇਰ ਹੁੰਦੇ ਆ ਬੰਦੂਕਾਂ ਦੇ, ਪੱਥਰ ਰੋੜ ਦਿੱਤੇ ਜਾਂਦੇ ਆ, ਉਸ ਪਾਸੇ ਵੀ ਨਹੀਂ ਜਾ ਸਕਦੇ। ਇੱਕ ਪਾਸੇ ਲਖਪਤ ਰਾਏ ਹੈ, ਉੱਧਰ ਵੀ ਨਹੀਂ ਜਾ ਸਕਦੇ। ਇੱਕ ਪਾਸੇ ਜੰਗਲ ਨੂੰ ਅੱਗ ਲੱਗੀ ਹੋਈ ਹੈ। ਸਿੱਖਾਂ ਨੇ ਫੈਸਲਾ ਕੀਤਾ ਵੀ ਕਿਵੇਂ ਨਾ ਕਿਵੇਂ ਤਰੀਕੇ ਦੇ ਨਾਲ ਆਪਾਂ ਨੂੰ ਇੱਕ ਗਰੁੱਪ ਬਣਾ ਕੇ ਵਿਚਕਾਰ ਜੋ ਔਰਤਾਂ ਹਨ, ਬੱਚੇ ਹਨ, ਬਜ਼ੁਰਗ ਹਨ, ਉਹਨਾਂ ਨੂੰ ਲਿਆ ਜਾਵੇ ਤੇ ਆਸੇ-ਪਾਸੇ ਜਿਹੜੇ ਨੌਜਵਾਨ ਹਨ ਜੋ ਜੰਗ ਕਰ ਸਕਦੇ ਆ, ਮੁਕਾਬਲਾ ਕਰ ਸਕਦੇ ਆ, ਉਹ ਹੋਣੇ ਚਾਹੀਦੇ ਆ। ਆਪਾਂ ਸਫ਼ਰ ਕਰਨਾ ਸ਼ੁਰੂ ਕਰੀਏ, ਇਹ ਜੰਗਲ ਨੂੰ ਛੱਡ ਦਈਏ। ਤੇ ਫੈਸਲਾ ਇਹ ਕੀਤਾ ਗਿਆ ਵੀ ਰਾਵੀ ਵਾਲੇ ਪਾਸੇ ਨੂੰ ਜਾਇਆ ਜਾਵੇ, ਜਿਹੜੇ ਪਾਸੇ ਰਾਵੀ ਵਹਿ ਰਹੀ ਹੈ। ਜੱਸਾ ਸਿੰਘ ਰਾਮਗੜੀਆ ਇਸ ਜੰਗਲ ਦੇ ਵਿੱਚ ਹੈ, ਜੱਸਾ ਸਿੰਘ ਆਲੂਵਾਲੀਆ, ਚੜਤ ਸਿੰਘ ਸ਼ੁਕਰ ਚੱਕੀਆ, ਮਹਾਰਾਜਾ ਰਣਜੀਤ ਸਿੰਘ ਦਾ ਇਹ ਦਾਦਾ ਹੈਗਾ, ਇਹ ਵੀ ਇਸ ਜੰਗਲ ਦੇ ਵਿੱਚ ਹੈ ਇਸ ਸਮੇਂ। ਨਵਾਬ ਕਪੂਰ ਸਿੰਘ, ਇਹ ਸਾਰੇ ਸਿੱਖਾਂ ਦੀ ਅਗਵਾਈ ਦੇ ਵਿੱਚ ਜਥੇ ਨੇ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ। ਆਖਰ ਸਿੱਖਾਂ ਨੇ ਰਾਵੀ ਵੱਲ ਜਾਣਾ ਸ਼ੁਰੂ ਕੀਤਾ, ਲੇਕਿਨ ਰਾਵੀ ਦੇ ਕਿਨਾਰੇ ਤੇ 2-2 ਕਿਲੋਮੀਟਰ ਬਰੇਤੀ ਪਈ ਹੈ, ਰੇਤਾ ਪਿਆ, ਜਿਹੜਾ ਬਹੁਤ ਜ਼ਿਆਦਾ ਤਪਿਆ ਹੋਇਆ ਹੈਗਾ। ਹੁਣ ਤਪੇ ਹੋਏ, ਗਰਮ ਹੋਏ ਰੇਤੇ ਤੇ ਸਫ਼ਰ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈਗਾ। ਤੇ ਉਸ ਸਮੇਂ ਪੰਥ ਪ੍ਰਕਾਸ਼ ਦੇ ਕਰਤਾ ਰਤਨ ਸਿੰਘ ਭੰਗੂ ਨੇ ਲਿਖਿਆ, ਫਾਰ ਫਾਰ ਕੱਪੜੇ ਨਿਜ ਕੇਰੇ, ਨਿਜ ਨਿਜ ਬਾਂਧਿਓ ਪੈਰ ਨਕੇਰੇ। ਕਹਿੰਦੇ ਸਿੱਖਾਂ ਨੇ ਕੀ ਕੀਤਾ, ਕਿਸੇ ਨੇ ਦਸਤਾਰ ਦਾ ਕੱਪੜਾ ਪਾੜ ਕੇ, ਕਿਸੇ ਨੇ ਆਪਣੇ ਕਮਰ ਕਸੇ ਦਾ ਕੱਪੜਾ ਪਾੜ ਕੇ, ਕਿਸੇ ਨੇ ਚੋਲੇ ਦਾ ਕੱਪੜਾ ਪਾੜ ਕੇ ਆਪਣੇ ਪੈਰਾਂ ਤੇ ਬੰਨਿਆ
ਤਾਂ ਕਿ ਪੈਰ ਹੈ ਜਿਹੜੇ ਉਹ ਰੇਤੇ ਦੇ ਵਿੱਚ ਨਾ ਮੱਚਣ। ਤੋਪੀ ਜਲ ਤੇ ਪੈਰ ਨਕੇਰੇ ਲੱਗਣ, ਲੇਕਿਨ ਫਿਰ ਵੀ ਪੈਰ ਹੈ ਜਿਹੜੇ ਉਹ ਰੇਤੇ ਦੇ ਵਿੱਚ ਸੜ ਰਹੇ ਹਨ। ਸਿੱਖਾਂ ਨੇ ਇਸ ਪਾਸੇ ਦੀ ਆਪਣੇ ਆਪ ਨੂੰ ਬਚਾ ਕੇ ਨਿਕਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਕੁਝ ਸਿੱਖ ਜਿਹੜੇ ਕਮਜ਼ੋਰ ਸਨ, ਭੁੱਖ ਦੇ ਸਤਾਏ ਹੋਏ ਸਨ, ਤੇ ਜਾਂ ਜੋ ਬਜ਼ੁਰਗ ਸਨ, ਜਾਂ ਕਿਸੇ ਤਰੀਕੇ ਨਾਲ ਜੰਗ ਕਰਦਿਆਂ ਜ਼ਖਮੀ ਹੋ ਕੇ ਡਿੱਗ ਪਏ, ਉਹ ਤਕਰੀਬਨ 3000 ਸਿੱਖ ਲਖਪਤ ਰਾਏ ਨੇ ਗ੍ਰਿਫਤਾਰ ਕਰ ਲਿਆ। ਬਾਕੀ ਜਥਾ 10,000 ਦੇ ਸਿੱਖਾਂ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋ ਗਿਆ। ਤਕਰੀਬਨ 3000 ਸਿੱਖ ਜੋ ਜ਼ਖਮੀ ਹਨ, ਕਮਜ਼ੋਰ ਹਨ, ਦੌੜਿਆ ਨਹੀਂ ਗਿਆ, ਜਾਂ ਬਜ਼ੁਰਗ ਸਨ, ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲਾਹੌਰ ਦੇ ਨਿਖਾਸ ਚੌਂਕ ਦੇ ਵਿੱਚ ਲਿਆ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਜਿਹੜੀ ਘਟਨਾ ਹੈ, ਇਹਨੂੰ ਸਿੱਖ ਇਤਿਹਾਸ ਦੇ ਵਿੱਚ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। ਸਿੱਖ ਇਤਿਹਾਸ ਦੇ ਵਿੱਚ 3 ਘੱਲੂਘਾਰੇ ਹੋਏ ਹਨ। ਇੱਕ ਇਹ ਘੱਲੂਘਾਰਾ ਇੱਕ ਦਿਨ ਦੇ ਵਿੱਚ ਤਕਰੀਬਨ 3000 ਤੋਂ ਲੈ ਕੇ 5000 ਸਿੱਖ ਸ਼ਹੀਦ ਹੋਇਆ। ਇੱਕ 1762 ਈਸਵੀ ਦੇ ਵਿੱਚ ਘੱਲੂਘਾਰਾ, ਉਹਦੇ ਵਿੱਚ ਤਕਰੀਬਨ ਅੱਧੀ ਕੌਮ ਇੱਕ ਦਿਨ ਦੇ ਵਿੱਚ ਸ਼ਹੀਦ ਹੋਵੇਗੀ। ਉਹ ਆਪਾਂ ਅੱਗੇ ਜਾ ਕੇ ਵਿਚਾਰਾਂਗੇ। ਇੱਕ ਘੱਲੂਘਾਰਾ 1984 ਦੇ ਵਿੱਚ ਹੋਇਆ। ਇਸ ਸਮੇਂ ਦੇ ਦੌਰਾਨ ਵੀ ਬਹੁਤ ਜ਼ਿਆਦਾ ਸਿੱਖਾਂ ਦਾ ਨੁਕਸਾਨ ਕੀਤਾ ਗਿਆ, ਸਿੱਖ ਸ਼ਹੀਦ ਕੀਤੇ ਗਏ। ਦੁਸ਼ਮਣ ਦੇ ਵੱਲੋਂ ਤਾਂ ਇਸ ਤੀਸਰੇ ਘੱਲੂਘਾਰੇ ਨੂੰ ਜੋ ਨਾਮ ਦਿੱਤਾ ਗਿਆ ਉਹ ਸਾਕਾ ਨੀਲਾ ਤਾਰਾ ਜਾਂ ਬਲੂ ਸਟਾਰ ਕਿਹਾ ਜਾਂਦਾ ਹੈ। ਅਸਲ ਦੇ ਵਿੱਚ ਇਹ ਤਾਂ ਜੋ ਹਕੂਮਤ ਸੀ ਉਹਨਾਂ ਦੇ ਵੱਲੋਂ ਇਸ ਆਪਰੇਸ਼ਨ ਦਾ ਨਾਮ ਰੱਖਿਆ ਗਿਆ ਸੀ ਬਲੂ ਸਟਾਰ। ਭਾਵ ਸਿੱਖ ਹੈ ਜਿਹੜੇ ਉਹ ਨੀਲੇ ਰੰਗ ਦੀਆਂ ਪੱਗਾਂ ਬੰਨ੍ਹਦੇ ਹਨ। ਬਲੂ ਨੀਲਾ ਰੰਗ, ਸਟਾਰ ਦਸਤਾਰ ਦੇ ਲਈ ਵਰਤਿਆ ਗਿਆ ਵੀ ਨੀਲੀਆਂ ਦਸਤਾਰਾਂ ਨੂੰ ਖਤਮ ਕਰਨਾ, ਭਾਵ ਸਿੱਖਾਂ ਨੂੰ ਖਤਮ ਕਰਨਾ। ਇਹ 3 ਘੱਲੂਘਾਰੇ ਹਨ ਇਤਿਹਾਸ ਦੇ ਵਿੱਚ, ਜਿਨ੍ਹਾਂ ਦੇ ਦੌਰਾਨ ਸਿੱਖ ਕੌਮ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਇਸ ਘੱਲੂਘਾਰੇ ਦੇ ਦੌਰਾਨ ਹੀ ਲਖਪਤ ਰਾਏ ਨੇ ਇੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸਾੜ ਦਿੱਤਾ। ਇਹ ਹੁਣ ਘਟਨਾ ਪਹਿਲੀ ਵਾਰ ਹੋ ਰਹੀ ਹੈ ਇਤਿਹਾਸ ਦੇ ਵਿੱਚ। ਇਸ ਤੋਂ ਪਹਿਲਾਂ ਕਿਸੇ ਵੀ ਦੁਸ਼ਮਣ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਨਹੀਂ ਕੀਤੀ, ਪਰ ਇਹ ਲਖਪਤ ਰਾਏ ਇੰਨਾ ਹੰਕਾਰਿਆ ਹੋਇਆ ਵੀ ਇਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕੀਤੀ। ਇਸ ਨੇ ਇੱਕ ਸਰੂਪ ਨੂੰ ਸਾੜ ਦਿੱਤਾ ਅੱਗ ਲਾ ਕੇ, ਤੇ 3000 ਸਿੱਖ ਲਾਹੌਰ ਦੇ ਵਿੱਚ ਲਿਜਾ ਕੇ ਮਈ ਮਹੀਨੇ ਦੇ ਵਿੱਚ ਖਤਮ ਕਰ ਦਿੱਤਾ। ਇਹ ਘਟਨਾ 1746 ਈਸਵੀ ਦੀ ਹੈ, ਮਈ ਮਹੀਨੇ ਦੀ। ਹੁਣ ਆਪਾਂ ਇਹ ਪੱਖ ਵੀ ਵਿਚਾਰ ਲਈਏ। ਜ਼ਕਰੀਆ ਖਾਨ ਦਾ 3 ਪੁੱਤਰ ਨੇ। ਇੱਕ ਹੈਗਾ ਜਈਆ ਖਾਨ ਜਿਹੜਾ ਹੁਣ ਲਾਹੌਰ ਦਾ ਸੂਬੇਦਾਰ ਹੈ, ਤੇ ਇਹਦਾ ਵਜ਼ੀਰ ਲਖਪਤ ਰਾਏ ਹੈ। ਅਤੇ ਇੱਕ ਹੈ ਮੀਰ ਵਾਕੀ। ਜਿਹੜਾ ਮੀਰ ਵਾਕੀ ਹੈ ਉਹਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ, ਉਹ ਇੱਕ ਨਾਰਮਲ ਜਾਂ ਆਪਣੇ ਸਹਿਜ ਸੁਭਾਅ ਦੇ ਵਿੱਚ ਰਹਿਣ ਵਾਲਾ ਬੰਦਾ ਹੈ। ਜਿਹੜਾ ਸ਼ਾਹ ਨਿਵਾਸ ਹੈ ਜ਼ਕਰੀਆ ਖਾਨ ਦਾ ਪੁੱਤਰ ਦੂਸਰਾ, ਇਹ ਸ਼ਾਹ ਨਿਵਾਸ ਨੇ ਆਪਣੇ ਵੱਲੋਂ ਤਾਕਤ ਇਕੱਠੀ ਕੀਤੀ, ਬੰਦੇ ਇਕੱਠੇ ਕੀਤੇ, ਤੇ ਜਹੀਆ ਖਾਨ ਨੂੰ ਆਪਣੇ ਵੱਲੋਂ ਸੁਨੇਹਾ ਭੇਜਿਆ ਵੀ ਜੋ ਆਪਣੇ ਪਿਤਾ ਦੀ ਜਾਇਦਾਦ ਹੈ ਉਹਦੇ ਉੱਪਰ ਤੂੰ ਇਕੱਲਾ ਕਾਬਜ ਹੋਇਆ ਬੈਠਾ, ਮੈਨੂੰ ਉਸ ਦੇ ਵਿੱਚੋਂ ਹਿੱਸਾ ਚਾਹੀਦਾ। ਆਖਰ ਜਦੋਂ ਇਹਨਾਂ ਦੇ ਆਪਸ ਦੇ ਵਿੱਚ ਲੜਾਈ ਹੋ ਜਾਂਦੀ ਸੀ, ਜੰਗ ਹੋ ਜਾਂਦੇ ਸਨ, ਰੌਲਾ ਪੈ ਜਾਂਦਾ ਸੀ, ਉਦੋਂ ਸਿੱਖਾਂ ਨੂੰ ਥੋੜ੍ਹੀ ਬਹੁਤ ਰਾਹਤ ਮਿਲਦੀ, ਕਿਉਂਕਿ ਇਹਨਾਂ ਦਾ ਧਿਆਨ ਆਪਣਿਆਂ ਦੇ ਉੱਪਰ ਚਲਿਆ ਜਾਂਦਾ। ਹੁਣ ਇਹਨਾਂ ਦੇ ਵਿਚਕਾਰ ਆਪਸ ਦੇ ਵਿੱਚ ਫੁੱਟ ਪੈ ਗਈ ਹੈ ਜਾਇਦਾਦ ਨੂੰ ਲੈ ਕੇ, ਤੇ ਸਿੱਖਾਂ ਨੂੰ ਦੂਸਰੇ ਪਾਸੇ ਥੋੜ੍ਹਾ ਜਿਹਾ ਆਰਾਮ ਕਰਨ ਦੇ ਲਈ ਸਮਾਂ ਮਿਲ ਗਿਆ। 1747 ਈਸਵੀ ਦੇ ਵਿੱਚ
ਜ਼ਕਰੀਆ ਖਾਨ ਦਾ ਪੁੱਤਰ ਸ਼ਾਹ ਨਿਵਾਸ ਆਪਣੇ ਵੱਡੇ ਭਰਾ ਨੂੰ ਕਹਿੰਦਾ ਵੀ ਤੂੰ ਸਾਰੀ ਜਾਇਦਾਦ ਤੇ ਕਬਜ਼ਾ ਕਰੀ ਬੈਠਾ, ਮੈਨੂੰ ਹਿੱਸਾ ਚਾਹੀਦਾ। ਯਹੀਆ ਖਾਨ ਸੂਬੇਦਾਰ ਹੈ, ਉਹਦੇ ਕੋਲ ਵੀ ਤਾਕਤ ਹੈ। ਉਹਨੇ ਇਸ ਗੱਲ ਨੂੰ ਅਣਗੌਲਿਆਂ ਕਰ ਦਿੱਤਾ, ਆਪਣੇ ਭਰਾ ਨੂੰ ਜਾਇਦਾਦ ਦੇ ਵਿੱਚੋਂ ਹਿੱਸਾ ਕੋਈ ਨਹੀਂ ਦਿੱਤਾ। ਸ਼ਾਹ ਨਿਵਾਸ ਨੇ ਕੀ ਕੀਤਾ, ਆਪਣੇ ਕੋਲ ਬੰਦੇ ਇਕੱਠੇ ਕੀਤੇ, ਤਾਕਤ ਇਕੱਠੀ ਕੀਤੀ, ਹਥਿਆਰ ਇਕੱਠੇ ਕੀਤੇ, ਯਹੀਆ ਖਾਨ ਤੇ ਹਮਲਾ ਕਰ ਦਿੱਤਾ ਲਾਹੌਰ ਦੇ ਵਿੱਚ, ਤੇ ਯਹੀਆ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਜ਼ੀਰ ਨੂੰ ਸ਼ਾਹ ਨਿਵਾਸ ਨੇ ਗ੍ਰਿਫਤਾਰ ਕਰ ਲਿਆ। ਲਖਪਤ ਰਾਏ ਨੂੰ ਜੁਰਮਾਨਾ ਕੀਤਾ ਗਿਆ ਵੀ ਜੇ ਤੂੰ ਆਪਣੀ ਜਾਨ ਬਚਾਉਣੀ ਚਾਹੁੰਦਾ ਤੇ 3 ਲੱਖ ਰੁਪਈਆ ਜੁਰਮਾਨੇ ਦਾ ਭਰ ਦੇ। ਇਹ ਤੋਂ 3 ਲੱਖ ਰੁਪਈਆ ਜੁਰਮਾਨੇ ਦਾ ਨਹੀਂ ਭਰਿਆ ਗਿਆ। ਸ਼ਾਹ ਨਿਵਾਸ ਦਾ ਇੱਕ ਵਜ਼ੀਰ ਹੋਇਆ ਜਿਹਦਾ ਨਾਮ ਮੈਂ ਪਹਿਲਾਂ ਵੀ ਲੈ ਚੁੱਕਿਆ, ਦੀਵਾਨ ਕੌੜਾ ਮੱਲ। ਇਹ ਵੀ ਹਿੰਦੂ ਵੀਰ ਹੈਗਾ। ਦੀਵਾਨ ਕੌੜੇ ਮੱਲ ਨੇ ਸ਼ਾਹ ਨਿਵਾਸ ਨੂੰ ਕਹਿਆ ਵੀ ਜੇ ਮੈਂ 3 ਲੱਖ ਰੁਪਈਆ ਭਰ ਦੇਵਾਂ ਲਖਪਤ ਰਾਏ ਦਾ ਤੇ ਤੁਸੀਂ ਲਖਪਤ ਰਾਏ ਮੇਰੇ ਹਵਾਲੇ ਕਰੋਗੇ। ਸ਼ਾਹ ਨਿਵਾਸ ਨੇ ਕਹਿਆ ਵੀ ਹਾਂ, ਜੇਕਰ ਤੂੰ 3 ਲੱਖ ਰੁਪਈਆ ਭਰਨਾ ਤੂੰ ਭਰ ਦੇ, ਅਸੀਂ ਤੇਰੇ ਹਵਾਲੇ ਕਰ ਦੇਵਾਂਗੇ ਲਖਪਤ ਰਾਏ ਨੂੰ। ਤੂੰ ਚਾਹੇ ਇਸ ਨੂੰ ਛੱਡ ਦਵੀਂ, ਆਜ਼ਾਦ ਕਰ ਦਵੀਂ, ਚਾਹੇ ਮਾਰ ਦਵੀਂ, ਕੁਝ ਮਰਜ਼ੀ ਕਰੀ, ਸਾਨੂੰ ਰੁਪਈਏ ਚਾਹੀਦੇ ਆ। ਦੀਵਾਨ ਕੌੜਾ ਮੱਲ ਨੇ 3 ਲੱਖ ਰੁਪਈਆ ਆਪਣੇ ਕੋਲੋਂ ਭਰ ਕੇ ਲਖਪਤ ਰਾਏ ਨੂੰ ਸ਼ਾਹ ਨਿਵਾਸ ਦੇ ਕੋਲੋਂ ਪ੍ਰਾਪਤ ਕਰ ਲਿਆ। ਇਹ ਲਖਪਤ ਰਾਏ ਨੂੰ ਪ੍ਰਾਪਤ ਕਰਕੇ ਦੀਵਾਨ ਕੌੜਾ ਮੱਲ ਨੇ ਸਿੱਖਾਂ ਨੂੰ ਸੁਨੇਹਾ ਭੇਜਿਆ ਵੀ ਜਿਹਨੇ ਸਿੱਖੀ ਦਾ ਬਹੁਤਾ ਨੁਕਸਾਨ ਕੀਤਾ ਨਾ, ਉਹ ਮੇਰੇ ਕੋਲ ਹੈ, ਉਹ ਮੇਰੇ ਕੋਲ ਹੈ, ਤੇ ਮੈਂ ਤੁਹਾਨੂੰ ਇਹ ਸੌਂਪਣਾ ਚਾਹੁੰਦਾ ਲਖਪਤ ਰਾਏ ਨੂੰ। ਦੀਵਾਨ ਕੌੜਾ ਮੱਲ ਹੈ, ਇਹਦਾ ਸਿੱਖਾਂ ਦੇ ਨਾਲ ਬਹੁਤ ਹੀ ਵਧੀਆ ਸੰਬੰਧ ਨੇ, ਕਿਉਂਕਿ ਇੱਕ ਵਾਰੀ ਜੱਸਾ ਸਿੰਘ ਆਹਲੂਵਾਲੀਏ ਨੇ ਦੀਵਾਨ ਕੌੜਾ ਮੱਲ ਦੀ ਮਦਦ ਕੀਤੀ ਸੀ। ਉਸ ਸਮੇਂ ਇਹਦੇ ਸਿੱਖਾਂ ਦੇ ਨਾਲ ਗਹਿਰੇ ਸੰਬੰਧ ਹੋ ਗਏ, ਵਧੀਆ ਸੰਬੰਧ ਹੋ ਗਏ। ਅੱਜ ਇਹ ਕੀ ਕਰ ਰਿਹਾ ਹੈ, ਲਖਪਤ ਰਾਏ ਨੂੰ 3 ਲੱਖ ਰੁਪਏ ਦੇ ਵਿੱਚ ਖਰੀਦ ਕੇ ਸਿੱਖਾਂ ਨੂੰ ਸੌਂਪ ਰਿਹਾ। ਸਿੱਖਾਂ ਨੇ ਇਹਦੇ ਕੋਲੋਂ ਲਖਪਤ ਰਾਏ ਨੂੰ ਪ੍ਰਾਪਤ ਕੀਤਾ ਤੇ ਸਿੱਖਾਂ ਨੇ ਲਖਪਤ ਰਾਏ ਨੂੰ ਗੱਲਾਂ ਵੀ ਕਹੀਆਂ ਵੀ ਤੇਰਾ ਜੋ ਮਤ ਹੈ ਉਹ ਸਨਾਤਨ ਮਤ ਹੈ ਤੇ ਤੈਨੂੰ ਇਸ ਤਰ੍ਹਾਂ ਸਿੱਖਾਂ ਦਾ ਨੁਕਸਾਨ ਨਹੀਂ ਸੀ ਕਰਨਾ ਚਾਹੀਦਾ। ਯਹੀਆ ਖਾਨ ਤੇ ਲਖਪਤ ਰਾਏ ਨੇ ਰਲ ਕੇ ਤਕਰੀਬਨ ਆਪਣੇ ਸਮੇਂ ਦੇ ਵਿੱਚ 25,000 ਸਿੱਖ ਸ਼ਹੀਦ ਕੀਤੇ ਆ ਗਿਣਤੀ ਦੇ ਵਿੱਚ। ਆਖਰ ਸਿੱਖਾਂ ਨੂੰ ਵੀ ਇਹਦੇ ਪ੍ਰਤੀ ਬਹੁਤ ਜ਼ਿਆਦਾ ਰੋਸ ਹੈ, ਕਿਉਂਕਿ ਇਹਨੇ ਬਹੁਤ ਨੁਕਸਾਨ ਕੀਤਾ। ਇੱਕ ਰੋਸ ਇਹ ਵੀ ਹੈ, ਇਹਨੇ ਗੁਰਦੁਆਰਿਆਂ ਦੀ ਬੇਅਦਬੀ ਵੀ ਕਰਵਾਈ ਹੈ, ਗੁਰਦੁਆਰੇ ਢਹਾ ਦਿੱਤੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕੀਤੀ ਹੈ ਇਹਨੇ, ਪਹਿਲੀ ਵਾਰ ਇਤਿਹਾਸ ਦੇ ਵਿੱਚ ਇਹ ਘਟਨਾ ਘਟੀ ਹੈ। ਸਿੱਖਾਂ ਨੂੰ ਬਹੁਤ ਜ਼ਿਆਦਾ ਰੋਸ ਸੀ। ਸਿੱਖਾਂ ਨੇ ਇਹਨੂੰ ਕੁਝ ਦਿਨ ਧਰਤੀ ਦੇ ਵਿੱਚ ਨੱਪ ਕੇ ਰੱਖਿਆ। ਆਖਰ ਇਹਨੇ ਤਰਲੇ ਲਏ ਵੀ ਮੈਨੂੰ ਇਸ ਤਰ੍ਹਾਂ ਤਸੀਹੇ ਨਾ ਦਿੱਤੇ ਜਾਣ। ਇਹਨੂੰ ਬਾਹਰ ਵੀ ਕੱਢਿਆ ਗਿਆ ਧਰਤੀ ਦੇ ਵਿੱਚੋਂ। ਇਹਨੇ ਆਪਣੇ ਵੱਲੋਂ ਮਾਫੀਆਂ ਵੀ ਮੰਗੀਆਂ ਵੀ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਹੈ, ਮੈਨੂੰ ਛੱਡ ਦਿਓ। ਲੇਕਿਨ ਸਿੱਖਾਂ ਨੇ ਇਹ ਹਵਾਲਾ ਦਿੱਤਾ ਵੀ ਜਦੋਂ ਤੁਸੀਂ ਆਮ ਇਲਾਕਿਆਂ ਦੇ ਵਿੱਚੋਂ ਆਮ ਬੰਦਿਆਂ ਨੂੰ ਫੜ ਕੇ ਲੈ ਕੇ ਗਏ, ਜਿਨ੍ਹਾਂ ਦਾ ਸਿੱਖਾਂ ਦੇ ਨਾਲ ਥੋੜ੍ਹਾ ਬਹੁਤਾ ਸੰਬੰਧ ਸੀ, ਉਸ ਸਮੇਂ ਦੀਵਾਨ ਕੌੜਾ ਮੱਲ ਤੇ ਤੇਰਾ ਉਸਤਾਦ ਜਗਤ ਭਗਤ ਤੇ ਹੋਰ ਸਿਆਣੇ ਬੰਦਿਆਂ ਨੇ ਤੈਨੂੰ ਜਾ ਕੇ ਇਹ ਗੱਲ ਕਹੀ ਸੀ ਵੀ ਇਹਨਾਂ ਨੂੰ ਕਤਲ ਨਾ ਕਰ, ਇਹ ਗਲਤ ਹੈ। ਇਹ ਕਿਰਦਾਰ ਦੇ ਚੰਗੇ ਬੰਦੇ ਹੁੰਦੇ ਐ, ਇੱਜ਼ਤਦਾਰ ਨੇ, ਇਹਨਾਂ ਨੂੰ ਨਾ ਕਤਲ ਕਰ। ਪਰ ਤੂੰ ਉਸ ਸਮੇਂ ਜਵਾਬ ਦਿੱਤਾ ਸੀ ਵੀ ਜੇ ਖੁਦਾ ਵੀ ਆ ਜਾਵੇ ਮੈਂ ਤਾਂ ਵੀ ਨਹੀਂ ਰੋਕਣ ਲੱਗਿਆ। ਹੁਣ ਅਸੀਂ ਤੈਨੂੰ ਕਿਵੇਂ ਮਾਫ ਕਰ ਸਕਦੇ ਹਾਂ? ਨਹੀਂ ਮਾਫ ਕਰ ਸਕਦੇ। ਆਖਰ ਇਹ ਸਿੱਖਾਂ ਦੇ ਹੱਥੋਂ ਮਾਰਿਆ ਗਿਆ ਲਖਪਤ ਰਾਏ। ਹੁਣ ਦੀਵਾਨ ਕੌੜਾ ਮੱਲ ਸ਼ਾਹ ਨਿਵਾਸ ਦਾ ਵਜ਼ੀਰ ਹੈ, ਇਹਦਾ ਸਿੱਖਾਂ ਦੇ ਨਾਲ ਵਧੀਆ ਸੰਬੰਧ ਨੇ ਤੇ ਸਿੱਖ ਇਹਨੂੰ ਦੀਵਾਨ ਮਿੱਠਾ ਮੱਲ ਕਹਿੰਦੇ ਆ। ਭਾਵੇਂ ਇਹਦਾ ਨਾਮ ਕੌੜਾ ਮੱਲ ਹੈ
ਪਰ ਸਿੱਖਾਂ ਦੇ ਵਿੱਚ ਇਹਦਾ ਨਾਮ ਮਿੱਠਾ ਮੱਲ ਪ੍ਰਚਲਿਤ ਹੋਇਆ। ਹੁਣ ਸਿੱਖਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਹੈ, ਕਿਉਂਕਿ ਇਹ ਵਜ਼ੀਰ ਚੰਗਾ ਹੈ ਲਾਹੌਰ ਦੇ ਸੂਬੇਦਾਰ ਦਾ, ਤੇ ਇਸ ਸਮੇਂ ਦੇ ਦੌਰਾਨ ਤਕਰੀਬਨ 1747 ਈਸਵੀ ਦੇ ਵਿੱਚ ਜੱਸਾ ਸਿੰਘ ਰਾਮਗੜੀਆ ਸਾਰੇ ਸਿੱਖਾਂ ਦੇ ਅੱਗੇ ਇੱਕ ਮੰਗ ਰੱਖਦਾ ਵੀ ਆਪਾਂ ਕਿੰਨਾ ਕੁ ਸਮਾਂ ਇਸ ਤਰੀਕੇ ਨਾਲ ਜੰਗਲਾਂ ਦੇ ਵਿੱਚ ਸਫ਼ਰ ਕਰਦੇ ਰਹਾਂਗੇ ਤੇ ਕੌਮ ਦਾ ਨੁਕਸਾਨ ਕਰਵਾਉਂਦੇ ਰਹਾਂਗੇ। ਆਪਾਂ ਨੂੰ ਕੋਈ ਕਿਲ੍ਹਾ ਬਣਾਉਣਾ ਚਾਹੀਦਾ ਜਿੱਥੇ ਆਪਾਂ ਮਹਿਫੂਜ਼ ਰਹਿ ਸਕੀਏ, ਦੁਸ਼ਮਣ ਦਾ ਮੁਕਾਬਲਾ ਕਰ ਸਕੀਏ। ਆਪਾਂ ਨੂੰ ਕੋਈ ਕਿਲ੍ਹਾ ਬਣਾ ਲੈਣਾ ਚਾਹੀਦਾ ਹੈ। ਇਸ ਤਰੀਕੇ ਦੇ ਨਾਲ ਆਪਾਂ ਆਪਣਾ ਬਚਾਅ ਨਹੀਂ ਕਰ ਸਕਦੇ ਜੰਗਲਾਂ ਦੇ ਵਿੱਚ ਰਹਿ ਕੇ। ਹੁਣ ਸਿੱਖ ਹਨ ਜਿਹੜੇ ਉਹ ਰਾਮ ਰੌਣੀ ਬਣਾਉਣਗੇ, ਉਸ ਦਾ ਇਤਿਹਾਸ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਸਮੇਂ ਦੀ ਸਮਾਪਤੀ ਹੈ। ਆਪ ਸਰਬੱਤ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣ 'ਤੇ ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ।